ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ। ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਵਿਦਵਾਨ ਪੰਡਤ ਆਇਆ ਅਤੇ ਆ ਕਰਕੇ ਕਹਿਣ ਲੱਗਾ ਕਿ ਭਗਤ ਕਬੀਰ ਸਾਹਿਬ ਜੀ, ਮੇਰੇ ਪ੍ਰਸ਼ਨ ਦਾ ਉੱਤਰ ਦਿਓ। ਜੋ ਉਸਨੇ ਪ੍ਰਸ਼ਨ ਕੀਤਾ ਉਸਨੂੰ ਭਗਤ ਜੀ ਪਹਿਲਾਂ ਉਚਾਰਨ ਕਰਕੇ ਫਿਰ ਉੱਤਰ ਦੇਣਗੇ। ਪਿੰਡ ਮੂਵੈ ਜੀਉ ਕਿਹ ਘਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਜਦੋਂ ਪਿੰਡ ਸਰੀਰ ਮਰ ਜਾਂਦਾ ਹੈ ਤਾਂ ਜੀਵ ਆਤਮਾ ਕਿਸ ਘਰ ਵਿੱਚ ਜਾਂਦਾ ਹੈ? ਤਾਂ ਕਬੀਰ ਜੀ ਪ੍ਰਸ਼ਨ 'ਤੇ ਪ੍ਰਸ਼ਨ ਕਰਕੇ ਪੁੱਛਦੇ ਹਨ ਕਿ ਪੰਡਤ ਜੀ, ਤੁਸੀਂ ਗਿਆਨੀ ਬਾਰੇ ਪੁੱਛਦੇ ਹੋ ਜਾਂ ਅਗਿਆਨੀ ਬਾਰੇ? ਪੁੰਨੀ ਬਾਰੇ ਪੁੱਛਦੇ ਹੋ ਜਾਂ ਪਾਪੀਆਂ ਬਾਰੇ? ਪੁੰਨੀ ਵੀ ਦੋ ਤਰ੍ਹਾਂ ਦੇ ਹਨ, ਇੱਕ ਸਮਾਨ ਪੁੰਨੀ ਅਤੇ ਦੂਜੇ ਨਿਖਿੱਧ ਪੁੰਨੀ। ਪਾਪੀ ਵੀ ਦੋ ਤਰ੍ਹਾਂ ਦੇ ਹਨ, ਇੱਕ ਆਮ ਪਾਪੀ, ਇੱਕ ਘੋਰ ਪਾਪੀ। ਤੂੰ ਕਿਸ ਬਾਬਤ ਪੁੱਛਦਾ ਹੈ? ਜੇਕਰ ਕਹੇ ਕਿ ਸਾਰਿਆਂ ਵਾਸਤੇ, ਤਾਂ ਸਮੁੱਚਾ ਉੱਤਰ ਇਹ ਦਿੰਦੇ ਹਾਂ, ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਅਤੀਤ ਬਾਹਰ ਰਹਿੰਦੇ ਹਨ, ਭਾਵ ਮਰਨ ਲੱਗਿਆਂ ਵੀ ਸਿਮਰਨ ਨਹੀਂ ਕਰਦੇ। ਉਹ ਹੱਦ ਤੋਂ ਰਹਿਤ ਸੰਸਾਰ ਵਿੱਚ ਰੰਗੇ ਹੋਏ ਅਨੇਕਾਂ ਜੂਨਾਂ ਵਿੱਚ ਭਰਮਦੇ ਫਿਰਦੇ ਹਨ। ਜਿਹੜੇ ਦੁਨੀਆ ਦੇ ਸ਼ਬਦ ਬੋਲ ਚਾਲ ਵੱਲੋਂ ਅਤੀਤ ਅਸੰਗ ਹੋ ਗਏ ਹਨ, ਉਹ ਹੱਦ ਤੋਂ ਰਹਿਤ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਹਨ। ਜਿਨ ਰਾਮ ਜਾਣਿਆ ਤਿਨਹਿ ਪਛਾਨਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਹੇ ਭਾਈ, ਜਿਨ੍ਹਾਂ ਨੇ ਗੁਰਾਂ ਦੁਆਰਾ ਰਾਮ ਪਰਮੇਸ਼ਰ ਨੂੰ ਆਪਣਾ ਆਤਮਾ ਕਰਕੇ ਜਾਣ ਲਿਆ ਹੈ, ਉਹਨਾਂ ਨੇ ਹੀ ਇਸ ਅਵਸਥਾ ਨੂੰ ਪਛਾਣ ਲਿਆ ਹੈ, ਪਰੰਤੂ ਇਹ ਕਥਨ ਨਹੀਂ ਕੀਤਾ ਜਾਂਦਾ। ਜਿਸ ਪ੍ਰਕਾਰ ਗੂੰਗੇ ਜ਼ੁਬਾਨ ਤੋਂ ਹੀਣੇ ਪੁਰਸ਼ ਦਾ ਮਨ ਸਾਕਰ ਕਹੀਏ ਸ਼ੱਕਰ ਖੰਡ ਆਦਿ ਵਿੱਚ ਮੰਨਿਆ ਹੋਵੇ ਅਤੇ ਉਸ ਨੂੰ ਉਸ ਦਾ ਸਵਾਦ ਪੁੱਛੀਏ ਤਾਂ ਉਹ ਬੋਲ ਕੇ ਨਹੀਂ ਦੱਸ ਸਕਦਾ। ਉਸ ਦੇ ਚਿਹਰੇ 'ਤੇ ਮੁਸਕਰਾਹਟ ਨੂੰ ਵੇਖ ਕੇ ਲੋਕ ਸਮਝਦੇ ਹਨ ਕਿ ਇਸ ਨੂੰ ਮਿੱਠੇ ਦਾ ਬਹੁਤ ਆਨੰਦ ਆਇਆ ਹੈ। ਇਸੇ ਪ੍ਰਕਾਰ ਜਿਨ੍ਹਾਂ ਨੂੰ ਪਰਮੇਸ਼ਰ ਦੀ ਭਗਤੀ ਰੂਪ ਸ਼ੱਕਰ ਖਾ ਕੇ ਆਨੰਦ ਆਇਆ ਹੈ, ਉਹ ਬੋਲ ਕੇ ਦੱਸ ਨਹੀਂ ਸਕਦੇ। ਹਰ ਗੁਣ ਕਹਿਤੇ ਕਹਿਨ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਹਾਉ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਰਹਾਉ। ਹੇ ਭਾਈ, ਅਜਿਹਾ ਹੀ ਗਿਆਨ ਬੋਧ ਨੂੰ ਬਨਵਾਰੀ ਹੁੰਦਾ ਕ੍ਰਿਸ਼ਨ ਭਗਵਾਨ ਅਰਜਨ ਦੇ ਤਾਈਂ ਗੀਤਾ ਵਿੱਚ ਕਥਨ ਕਰਦੇ ਹਨ। ਜਦੋਂ ਅਰਜਨ ਨੇ ਪੁੱਛਿਆ ਕਿ ਮਹਾਰਾਜ, ਐਸਾ ਆਨੰਦ ਕਦੋਂ ਪ੍ਰਾਪਤ ਹੁੰਦਾ, ਤਾਂ ਕ੍ਰਿਸ਼ਨ ਜੀ ਨੇ ਹਠ ਯੋਗ ਦੁਆਰਾ ਦੱਸਿਆ ਕਿ ਹੇ ਮਨ ਦੇ ਪਿਆਰੇ ਅਰਜਨ, ਪਵਨ ਸਵਾਸਾਂ ਨੂੰ ਸੁਖਮਨ ਨਾੜੀ ਵਿੱਚ ਰੋਕਣਾ ਕਰ। ਹੇ ਭਗਵਾਨ, ਚੰਗੀ ਤਰ੍ਹਾਂ ਖੋਲ੍ਹ ਕੇ ਦੱਸੋ ਕਿਵੇਂ ਪ੍ਰਾਣ ਚੜਾਉਣੇ ਹਨ। ਤਾਂ ਸੁਣ ਕੇ ਕਿਹਾ, ਜੋ ਖੱਬੀ ਨਾਸਿਕਾ ਚੰਦਰਮਾ ਦਾ ਸਵਰ ਹੈ ਅਤੇ ਸੱਜੀ ਨਾਸਿਕਾ ਸੂਰਜ ਦੀ ਸੁਰ ਹੈ। ਜਦੋਂ ਗਰਮੀ ਵਧੀ ਹੋਵੇ ਉਦੋਂ ਚੰਦਰਮਾ ਦੀ ਸੁਰ ਦੁਆਰਾ ਪ੍ਰਾਣ ਚੜਾਉਣੇ, ਅਤੇ ਜਦੋਂ ਠੰਡ ਵਧੀ ਹੋਵੇ ਉਦੋਂ ਸੂਰਜ ਦੀ ਸੁਰ ਦੁਆਰਾ ਪ੍ਰਾਣ ਚੜਾਉਣੇ ਹਨ। ਅਤੇ ਤੀਜੀ ਜਿਹੜੀ ਸੁਖਮਨਾ ਨਾੜੀ ਹੈ, ਉਸ ਵਿੱਚ ਸਵਾਸਾਂ ਨੂੰ ਦ੍ਰਿੜ ਕਰਕੇ ਫਿਰ 10ਵੇਂ ਦੁਆਰ ਦੇ ਆਨੰਦ ਨੂੰ ਮਾਨਣਾ ਕਰ। ਰਹਾਉ। ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਹਨ। ਸੋ ਗੁਰ ਕਰਹੁ ਜੇ ਬਹੁਰ ਨ ਕਰਨਾ, ਸੋ ਪਦ ਰਵਹੁ ਜੇ ਬਹੁਰ ਨ ਰਵਨਾ। ਹੇ ਭਾਈ, ਉਸੇ ਨੂੰ ਹੀ ਆਪਣਾ ਗੁਰੂ ਧਾਰਨ ਕਰੋ ਜਿਹੜਾ ਮੁੜ ਕੇ ਦੁਬਾਰਾ ਨਾ ਕਰਨਾ ਪਵੇ। ਗੁਰੂ ਪੂਜਨੀਕ ਚੇਤਨ ਜੋ ਗੋ ਗਿਆਨ ਦਾ ਪ੍ਰਕਾਸ਼ ਕਰਕੇ ਅਗਿਆਨ ਦਾ ਨਾਸ਼ ਕਰ ਦੇਵੇ, ਉਸੇ ਨੂੰ ਆਪਣਾ ਗੁਰੂ ਧਾਰਨ ਕਰੋ ਜਿਹੜਾ ਮੁੜ ਨਾ ਕਰਨਾ ਪਵੇ, ਜੂਨਾਂ ਵਿੱਚ ਨਾ ਆਉਣਾ ਪਵੇ। ਅਤੇ ਉਸ ਪਦ ਸ਼ਬਦ ਨੂੰ ਰਵੋ ਉਚਾਰਨ ਕਰੋ ਜਿਹੜਾ ਬਹੁਰ ਮੁੜ ਕੇ ਦੁਬਾਰਾ ਉਚਾਰਨਾ ਨਾ ਪਵੇ।
ਮੁੜ ਹੋਰ ਕਿਸੇ ਦੇਵੀ ਦੇਵਤਿਆਂ ਦੇ ਨਾਮ ਉਚਾਰਨ ਦੀ ਲੋੜ ਹੀ ਨਾ ਰਹੇ। ਸੋ ਧਿਆਨ ਧਰੋ ਜੇ ਬਹੁਰ ਨ ਧਰਨਾ, ਐਸੇ ਮਰਹੁ ਜੇ ਬਹੁਰ ਨ ਮਰਨਾ। ਉਸ ਵਿਆਪਕ ਸਰੂਪ ਦਾ ਧਿਆਨ ਚਿੰਤਨ ਖਿਆਲ ਧਾਰਨ ਕਰੋ, ਜਿਹੜਾ ਬਹੁਰ ਮੁੜ ਕੇ ਨਾ ਧਾਰਨਾ ਕਰਨਾ ਪਵੇ। ਅਜਿਹਾ ਜੀਵਤ ਭਾਵ ਤੋਂ ਮਰੋ, ਜਿਹੜਾ ਮੁੜ ਕੇ ਦੁਬਾਰਾ ਨਾ ਮਰਨਾ ਪਵੇ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਹਾਵੋ। ਗੰਗਾ ਨੂੰ ਉਲਟਾ ਕੇ ਜਮਨਾ ਦੇ ਨਾਲ ਮਿਲਾਵਣਾ ਕਰੋ। ਐਸੀ ਅਵਸਥਾ ਕਰੋ ਕਿ ਗੰਗਾ ਇੜਾ ਨੂੰ ਉਲਟਾ ਕੇ ਜਮਨ ਸੂਰਜ ਦੀ ਸੁਰ ਦੁਆਰਾ ਮਿਲਾਉਣਾ ਕਰੋ। ਫਿਰ ਜਲ ਪਾਣੀ ਆਦਿਕ ਦੇ ਸੰਗਮ ਮਿਲਾਪ ਤੋਂ ਬਗੈਰ ਜੋ ਤਰਬੈਣੀ ਇੜਾ ਪਿੰਗਲਾ ਸੁਖਮਨਾਂ ਦੇ ਵਿੱਚ ਮਨ ਨੂੰ ਅੰਦਰੋਂ ਬਿਰਤੀ ਟਿਕਾ ਕੇ ਸ਼੍ਰੋਮਣੀ ਦਸਮ ਦੁਆਰ ਦੇ ਆਨੰਦ ਨੂੰ ਮਾਨਣ ਰੂਪ ਨਹਾਵੋ, ਇਸ਼ਨਾਨ ਕਰੋ। ਲੋਚਾ ਸੰਸਰ ਇਹੋ ਬਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਜੇਕਰ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੈ ਤਾਂ ਇਹ ਸੰਸਾਰ ਦੇ ਵਿਵਹਾਰ, ਉਸਤਤ, ਨਿੰਦਿਆ ਆਦਿ ਵਿੱਚ ਬਿਰਤੀ ਨੂੰ ਇੱਕ ਸਮਾਨ ਕਰੋ। ਫਿਰ ਜਿਸਨੇ ਆਪਣੇ ਤਤ ਸਰੂਪ ਦੀ ਵਿਚਾਰ ਕਰ ਲਈ ਤਾਂ ਫਿਰ ਇਸ ਤੋਂ ਪਰੇ ਹੋਰ ਕਿਹੜੀ ਵਿਚਾਰਾ ਵਿਚਾਰ ਰਹਿ ਗਈ। ਭਾਵ ਹੋਰ ਕਿਸੇ ਵਿਚਾਰ ਦੀ ਲੋੜ ਨਹੀਂ ਰਹਿ ਜਾਂਦੀ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਜੋਗੀ ਲੋਕ ਇਹਨਾਂ ਪੰਜਾਂ ਤੱਤਾਂ ਪਾਣੀ, ਤੇਜ ਅੱਗ, ਬਾਏ ਹਵਾ, ਪ੍ਰਿਥਵੀ ਧਰਤੀ, ਆਕਾਸਾ ਆਕਾਸ਼ ਦੀ ਧਾਰਨਾ ਕਰਦੇ ਹਨ। ਉਹ ਗੋਡਿਆਂ ਤੱਕ ਧਰਤੀ ਦਾ ਧਿਆਨ ਕਰਦੇ ਹਨ, ਸੋ ਲੱਕ ਤੱਕ ਪਾਣੀ ਦਾ, ਧੁੰਨੀ ਨਾਭੀ ਤੱਕ ਅਗਨੀ ਦਾ, ਕੰਠ ਤੱਕ ਹਵਾ ਦਾ ਅਤੇ ਕੰਠ ਤੋਂ 10ਵੇਂ ਦੁਆਰ ਤੱਕ ਆਕਾਸ਼ ਦਾ ਧਿਆਨ ਕਰਦੇ ਹਨ। ਇਸ ਤਰ੍ਹਾਂ ਜੋਗੀਆਂ ਦੇ ਤੱਤ ਸਿੱਧ ਹੋ ਜਾਂਦੇ ਹਨ। ਫਿਰ ਉਹ ਧਰਤੀ ਵਿੱਚ ਦੱਬੇ ਨਹੀਂ ਜਾ ਸਕਦੇ, ਪਾਣੀ ਵਿੱਚ ਡੁੱਬਦੇ ਨਹੀਂ, ਅੱਗ ਵਿੱਚ ਸੜਦੇ ਨਹੀਂ ਅਤੇ ਆਕਾਸ਼ ਵਿੱਚ ਉੱਡਦੇ ਫਿਰਦੇ ਹਨ। ਹਵਾ ਦੁਆਰਾ ਦੂਰੋਂ ਹੀ ਕਿਸੇ ਦੀਆਂ ਗੱਲਾਂ ਸੁਣ ਲੈਂਦੇ ਹਨ। ਉਪਰੋਕਤ ਆਦਿ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਐਸੀ ਰਹਿਤ ਰਹੋ ਹਰ ਪਾਸਾ। ਜੇਕਰ ਇਸ ਤਰ੍ਹਾਂ ਦੀ ਰਹਿਣੀ ਵਿੱਚ ਰਹੋਗੇ ਤਾਂ 10ਵੇਂ ਦੁਆਰ ਵਿੱਚ ਹਰੀ ਤੁਹਾਡੇ ਪਾਸਾ ਪਾਸ ਹੀ ਹੈ। ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਘਰ ਜਾਓ ਜੇ ਬਹੁਰ ਨ ਆਵੋ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੋ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਹੈ, ਉਸ ਨੂੰ ਇੱਕ ਚਿੱਤ ਹੋ ਕੇ ਧਿਆਉਣਾ ਕਰੋ। ਤਾਂ ਫਿਰ ਉਸ ਸਤ ਸਰੂਪ ਰੂਪੀ ਘਰ ਵਿੱਚ, ਸੱਚਖੰਡ ਰੂਪੀ ਘਰ ਵਿੱਚ ਜਾਵੋਗੇ, ਜਿੱਥੋਂ ਮੁੜ ਕੇ ਦੁਬਾਰਾ ਮਾਤਾ ਦੇ ਗਰਭ ਜੂਨੀਆਂ ਵਿੱਚ ਨਹੀਂ ਆਉਣਾ ਪਵੇਗਾ। ਗੌੜੀ ਕਬੀਰ ਜੀ ਤਿਪਦੇ। ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਰਾਜਾ ਆਇਆ। ਉਸਨੇ ਮੋਹਰਾਂ, ਹੀਰੇ, ਮੋਤੀਆਂ ਦਾ ਥਾਲ ਭਗਤ ਜੀ ਨੂੰ ਭੇਟ ਕੀਤਾ ਅਤੇ ਆ ਕਰਕੇ ਕਹਿਣ ਲੱਗਾ ਕਿ ਹੇ ਮਹਾਰਾਜ, ਮੈਨੂੰ ਪਰਮੇਸ਼ਰ ਦਾ ਨਾਮ ਇਹਨਾਂ ਮੋਹਰਾਂ, ਹੀਰਿਆਂ, ਮੋਤੀਆਂ ਦੇ ਥਾਲ ਦੇ ਬਦਲੇ ਬਖਸ਼ ਦਿਓ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਹੇ ਰਾਜਨ, ਕੰਚਨ ਸੋਨੇ ਦੀਆਂ ਮੋਹਰਾਂ ਦੇ ਨਾਲ ਤੋਲ ਕਰਕੇ ਕਿਸੇ ਪ੍ਰਕਾਰ ਵੀ ਪਰਮੇਸ਼ਰ ਦਾ ਨਾਮ ਨਹੀਂ ਪ੍ਰਾਪਤ ਕੀਤਾ ਜਾਂਦਾ। ਭਾਵ ਜੇਕਰ ਸੋਨੇ ਨਾਲ ਹੀ ਪਾਇਆ ਜਾਂਦਾ ਤਾਂ ਰਾਵਣ ਦੀ ਸਾਰੀ ਲੰਕਾ ਹੀ ਸੋਨੇ ਦੀ ਸੀ, ਉਸ ਨੂੰ ਨਾ ਪ੍ਰਾਪਤ ਹੋਇਆ। ਫਿਰ ਕੋਈ ਮਰਜ਼ੀ ਸੁਮੇਰ ਪਰਬਤ ਨੂੰ ਦਾਨ ਕਰਕੇ ਪ੍ਰਾਪਤ ਕਰ ਲਵੇ। ਫਿਰ ਪ੍ਰਸ਼ਨ ਕਰਦੇ, ਫਿਰ ਕਬੀਰ ਜੀ, ਤੁਸੀਂ ਕਿਵੇਂ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ ਹੈ? ਕਬੀਰ ਜੀ ਉੱਤਰ ਦਿੰਦੇ, ਅਸੀਂ ਆਪਣਾ ਮਨ ਹਿਰਦਾ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਦੇ ਕਰਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਮੁੱਲ ਲੈਣਾ ਕੀਤਾ ਹੈ। ਫਿਰ ਪ੍ਰਸ਼ਨ ਕਰਦਾ ਹੈ ਰਾਜਾ ਕਬੀਰ ਜੀ, ਫਿਰ ਮੈਨੂੰ ਵੀ ਦੇ ਦਿਓ। ਉੱਤਰ ਦਿੰਦੇ ਹਨ, ਹੇ ਰਾਜਨ, ਜਿਹੜੀ ਆਪਣੇ ਰੱਖਣ ਵਾਲੀ ਵਸਤੂ ਹੋਵੇ ਉਹ ਦਿੱਤੀ ਨਹੀਂ ਜਾ ਸਕਦੀ।
ਕਿਉਂ? ਕਿਉਂਕਿ ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਇ ਮੇਰਾ ਮਨ ਮਾਨਿਆ ਰਹਾਉ। ਕਿਉਂਕਿ ਹੁਣ ਮੈਂ ਰਾਮ ਪਰਮੇਸ਼ਰ ਨੂੰ ਆਪਣਾ ਆਤਮਾ ਰੂਪ ਕਰਕੇ ਜਾਣਨਾ ਕੀਤਾ ਹੈ ਅਤੇ ਉਸ ਵਿੱਚ ਸਹਿਜ ਸੁਭਾਅ ਸੁਤੇ ਸਿੱਧ ਹੀ ਸਾਡਾ ਮਨ ਹਿਰਦਾ ਮੰਨ ਗਿਆ ਹੈ। ਸਾਰੀਆਂ ਵਾਸ਼ਨਾਵਾਂ ਦਾ ਲੈਅ ਹੋ ਜਾਣ 'ਤੇ ਮਨ ਵਿੱਚ ਸ਼ਾਂਤੀ ਵਾਲਾ ਸੁਭਾਅ ਹੋਣ ਕਰਕੇ ਸੁਤੇ ਸਿੱਧ ਹੀ ਗਿਆਨ ਸਰੂਪ ਸੁਭਾਏ ਪ੍ਰਕਾਸ਼ ਰੂਪ ਵਿੱਚ ਸਾਡਾ ਮਨ ਮੰਨ ਗਿਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਬ੍ਰਹਮੈ ਕਥ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਬ੍ਰਹਮੈ ਕਹੀਏ ਬ੍ਰਹਮਾ ਜੀ ਨੇ ਕਥ ਕਥਨੇ ਯੋਗ ਵੇਦਾਂ ਦਾ ਕਥ ਕਥਨ ਕਰ ਕਰਕੇ ਉਪਦੇਸ਼ ਦਿੱਤਾ, ਭਾਵ 80,000 ਸੁਰਤੀਆਂ ਵਿੱਚ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾਇਆ, 16,000 ਉਪਾਸ਼ਨਾ ਵਿੱਚ ਲਾਇਆ, 4,000 ਗਿਆਨ ਕਾਂਡ ਵਿੱਚ ਲਾਏ। ਇਉਂ ਉਹ ਪਰਮੇਸ਼ਰ ਦਾ ਅੰਤ ਓੜਕ ਨਹੀਂ ਪਾ ਸਕਿਆ। ਫਿਰ ਪ੍ਰਸ਼ਨ ਕਰਦੇ, ਫਿਰ ਕਬੀਰ ਜੀ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ? ਕਬੀਰ ਸਾਹਿਬ ਜੀ ਉੱਤਰ ਦਿੰਦੇ, ਹੈ ਰਾਜਨ, ਜਿਸ ਸਮੇਂ ਅਸੀਂ ਰਾਮ ਪਰਮੇਸ਼ਰ ਦੀ ਭਗਤੀ ਵਿੱਚ ਬੈਠੇ ਸਥਿਤ ਹੋਏ ਤਾਂ ਉਹ ਸਾਡੇ ਘਰ ਹਿਰਦੇ ਦੇ ਵਿੱਚੋਂ ਹੀ ਆਇਆ ਕਿ ਇਹ ਆ ਕੇ ਪ੍ਰਾਪਤ ਹੋ ਗਿਆ। ਜਿਨ੍ਹਾਂ ਦੇ ਚਿੱਤ ਪਰਮੇਸ਼ਰ ਦੀ ਭਗਤੀ ਵਿੱਚ ਸਥਿਤ ਹੋਣਗੇ ਉਹਨਾਂ ਦੇ ਘਰ ਅੰਤਸ਼ਕਰਨ ਦੇ ਵਿੱਚ ਹੀ ਪਰਮੇਸ਼ਰ ਆ ਕਰਕੇ ਸਾਖਿਆਤ ਹੋ ਜਾਂਦਾ ਹੈ। ਫਿਰ ਪ੍ਰਸ਼ਨ ਕਰਦਾ ਰਾਜਾ, ਹੇ ਕਬੀਰ ਜੀ, ਸਾਡੀ ਬੁੱਧੀ ਬਿਰਤੀ ਉਸ ਵਿੱਚ ਕਿਉਂ ਨਹੀਂ ਜੁੜਦੀ? ਗੁਰ ਉੱਤਰ ਬਖਸ਼ਿਸ਼ ਕਰ ਰਹੇ ਹਨ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੀ ਨਾਨਾ ਪਦਾਰਥਾਂ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਚੰਚਲਤਾਈ ਵਾਲੀ ਵਿਸ਼ੇ ਵਿਸ਼ੈਣੀ ਮਤ ਬੁੱਧੀ ਹੈ, ਇਹ ਜਦੋਂ ਤਿਆਗ ਦਿੱਤੀ, ਛੱਡ ਦਿੱਤੀ, ਉਸ ਵੇਲੇ ਕੇਵਲ ਸਿਰਫ ਰਾਮ ਪਰਮੇਸ਼ਰ ਦੀ ਭਗਤ ਦੇ ਤੱਤੇ ਨੂੰ ਸਿਹਾਰੀ ਭਾਵ ਭਗਤੀ ਹੀ ਸਾਡੇ ਭਾਗੀ ਭਾਗਾਂ ਵਿੱਚ ਆਈ ਹੈ। ਇਹ ਸਾਡੇ ਕੋਈ ਨਿਸ਼ਕਾਮ ਕਰਮ ਕੀਤੇ ਹੋਏ ਹਨ, ਜਿਨ੍ਹਾਂ ਕਰਕੇ ਕੇਵਲ ਸਿਰਫ ਭਗਤੀ ਹੀ ਸਾਨੂੰ ਪ੍ਰਾਪਤ ਹੋਈ ਹੈ। ਅਤੇ ਭਗਤੀ ਦੇ ਪ੍ਰਤਾਪ ਕਰਕੇ ਜਿਹੜਾ ਨਿੱਜ ਆਪਣਾ ਪਣ ਸੀ ਭਾਵ ਦੇਹ ਅਭਿਮਾਨ ਸੀ, ਇਹ ਭਾਗੀ ਭੱਜ ਗਿਆ ਅਤੇ ਰਾਮ ਪਰਮੇਸ਼ਰ ਪ੍ਰਾਪਤ ਹੋ ਗਿਆ। ਗੌੜੀ ਕਬੀਰ ਜੀ। ਅੱਗੇ ਕਬੀਰ ਸਾਹਿਬ ਜੀ ਆਪਣਾ 20ਵਾਂ ਸ਼ਲੋਕ ਪ੍ਰਾਰੰਭ ਕਰਨ ਤੋਂ ਪਹਿਲਾਂ ਦੱਸ ਰਹੇ ਕਿ ਇੱਕ ਵਾਰੀ ਕਾਂਸ਼ੀ ਵਿੱਚ ਬਿਮਾਰੀ ਫੈਲ ਗਈ, ਲੋਕਾਂ ਨੂੰ ਅਤੀਸਾਰ ਮਰੋੜ ਆਦਿਕ ਲੱਗ ਗਏ, ਜਿਸ ਕਰਕੇ ਅਨੇਕਾਂ ਲੋਕਾਂ ਦੀ ਮ੍ਰਿਤੂ ਹੋ ਗਈ ਅਤੇ ਕਈ ਲੋਕ ਕਾਂਸ਼ੀ ਛੱਡ ਕੇ ਬਾਹਰ ਨਿਕਲ ਗਏ। ਪਰ ਭਗਤ ਕਬੀਰ ਜੀ ਉੱਥੇ ਹੀ ਰਹੇ। ਤਾਂ ਲੋਕਾਂ ਨੇ ਕਿਹਾ ਕਿ ਕਬੀਰ ਜੀ, ਇੱਥੇ ਕਾਂਸ਼ੀ ਵਿੱਚ ਬਿਮਾਰੀ ਫੈਲੀ ਹੋਈ ਆ, ਲੋਕ ਮਰ ਰਹੇ ਹਨ ਅਤੇ ਤੁਸੀਂ ਅਜੇ ਇੱਥੇ ਹੀ ਬੈਠੇ ਹੋ, ਤੁਸੀਂ ਵੀ ਸਾਡੇ ਨਾਲ ਬਾਹਰ ਚੱਲੋ। ਕਬੀਰ ਜੀ ਕਹਿਣ ਲੱਗੇ ਕਿ ਹੇ ਭਾਈ, ਨਾਲੇ ਤੁਸੀਂ ਕਹਿੰਦੇ ਹੋ ਕਿ ਕਾਂਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਨਾਲੇ ਤੁਸੀਂ ਹੁਣ ਭੱਜੇ ਜਾਂਦੇ ਹੋ। ਤਾਂ ਲੋਕ ਕਹਿਣ ਲੱਗੇ ਕਿ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਤਾਂ ਭਗਤ ਕਬੀਰ ਸਾਹਿਬ ਜੀ ਉੱਤਰ ਰਾਹੀਂ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਜੇ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਭਾਈ, ਜਿਸ ਮਰਨ ਤੋਂ ਸਾਰਾ ਜਗਤ ਹੀ ਤਰਾਹ ਤਰਾਹ ਕਰਦਾ ਹੈ, ਡਰਦਾ ਫਿਰਦਾ ਹੈ, ਉਹ ਜਿਹੜਾ ਮਰਨਾ ਹੈ ਸਾਨੂੰ ਗੁਰੂ ਦੇ ਉਪਦੇਸ਼ ਨੇ ਪ੍ਰਗਾਸਿਆ, ਪ੍ਰਗਟ ਕਰਕੇ ਦੱਸ ਦਿੱਤਾ ਹੈ। ਜੀਵਤ ਭਾਵ ਤੋਂ ਮਰਨ ਤੋਂ ਸਾਰਾ ਜਗਤ ਹੀ ਡਰਦਾ, ਉਸ ਜੀਵਤ ਭਾਵ ਤੋਂ ਮਰਨਾ ਸਾਨੂੰ ਗੁਰੂ ਦੇ ਸ਼ਬਦ ਨੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਹਾਉ। ਫਿਰ ਅਬ ਹੁਣ ਅਸੀਂ ਕਿਸ ਪ੍ਰਕਾਰ ਮੌਤ ਕਰਕੇ ਮਰਾਂਗੇ, ਜਦੋਂ ਸਾਡਾ ਜੀਵਤ ਭਾਵ ਤੋਂ ਮਰਨ ਵਿੱਚ ਚਿੱਤ ਮੰਨ ਗਿਆ ਹੈ। ਮਰ ਮਰ ਕੇ ਮੌਤ ਦੇ ਮਾਰੇ ਹੋਏ ਉਹ ਜੂਨਾਂ ਵਿੱਚ ਜਾਂਦੇ ਹਨ, ਜਿਨ੍ਹਾਂ ਨੇ ਜੀਵਤ ਭਾਵ ਤੋਂ ਮਰ ਕੇ
ਰਾਮ ਪਰਮੇਸ਼ਰ ਨੂੰ ਨਹੀਂ ਜਾਣਨਾ ਕੀਤਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਰਨੋ ਮਰਨ ਕਹਿ ਸਭ ਕੋਈ, ਸਹਜੇ ਮਰੈ ਅਮਰ ਹੋਏ ਸੋਈ। ਮੂੰਹੋਂ ਤਾਂ ਮਰਨਾ ਹੈ ਸਾਰੇ ਕੋਈ ਕਹਿੰਦੇ ਹਨ। ਜਿਹੜਾ ਸੁਤੇ ਸਿੱਧ ਜੀਵਤ ਭਾਵ ਤੋਂ ਮਰਦਾ ਹੈ ਉਹ ਅਮਰ ਮੌਤ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਗਿਆਨ ਦੀ ਪ੍ਰਾਪਤੀ ਕਰਕੇ ਜੀਵਤ ਭਾਵ ਤੋਂ ਮਰਦਾ ਹੈ ਉਹ ਮਰਨ ਤੋਂ ਰਹਿਤ ਬ੍ਰਹਮ ਸਰੂਪ ਹੀ ਹੋ ਜਾਂਦਾ ਹੈ, ਅਮਰ ਪਦਵੀ ਨੂੰ ਪਾ ਲੈਂਦਾ ਹੈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਸਾਡੇ ਹਿਰਦੇ ਵਿੱਚ ਸਰੂਪ ਦੀ ਸਾਖਿਆਤਤਾ ਦਾ ਆਨੰਦ ਮੰਗਲ ਪ੍ਰਾਪਤ ਹੋ ਗਿਆ ਹੈ। ਜਿਹੜਾ 5 ਪ੍ਰਕਾਰ ਦਾ ਸੰਸਾ ਸੀ ਉਹ ਚਲਿਆ ਗਿਆ ਹੈ ਅਤੇ ਜੋ ਅਸਤੀ ਭਾਂਤੀ ਪ੍ਰੇਤਾ ਰੂਪ ਪਰਮਾਨੰਦ ਵੱਡਾ ਆਨੰਦ ਸਰੂਪ ਪਰਮੇਸ਼ਰ ਹੈ ਉਹ ਮੇਰੇ ਅੰਤਸ਼ਕਰਨ ਵਿੱਚ ਆ ਕੇ ਰਹਿ ਗਿਆ ਹੈ, ਭਾਵ ਇਸਤਤ ਹੋ ਗਿਆ ਹੈ। ਗੌੜੀ ਕਬੀਰ ਜੀ। ਇੱਕ ਵਾਰ ਦੀ ਗੱਲ ਹੈ ਕਿ ਭਗਤ ਕਬੀਰ ਸਾਹਿਬ ਜੀ ਸਮਾਧੀ ਲਾ ਕੇ ਮਸਤ ਰਿਹਾ ਕਰਨ, ਕੋਈ ਕਾਰ ਵਿਹਾਰ ਨਾ ਕਰਨ। ਤਾਂ ਇਹਨਾਂ ਦੀ ਇਹ ਹਾਲਤ ਵੇਖ ਕੇ ਇਹਨਾਂ ਦੇ ਮਾਤਾ ਜੀ ਨੂੰ ਚਿੰਤਾ ਪੈ ਗਈ ਕਿ ਮੇਰਾ ਪੁੱਤਰ ਬਿਮਾਰ ਹੋ ਗਿਆ, ਕੋਈ ਵੀ ਕਾਰ ਵਿਹਾਰ ਨਹੀਂ ਕਰਦਾ, ਕਿਸੇ ਨਾਲ ਬੋਲਦਾ ਚਾਲਦਾ ਵੀ ਨਹੀਂ। ਉਸ ਵਕਤ ਮਾਤਾ ਜੀ ਨੇ ਇੱਕ ਵੈਦ ਨੂੰ ਲਿਆਂਦਾ। ਵੈਦ ਜੀ ਘਰ ਆਏ ਤਾਂ ਕਬੀਰ ਜੀ ਪਰਾ ਭਗਤੀ ਦੀ ਹਾਲਤ ਵਿੱਚ ਪਏ ਸਨ। ਵੈਦ ਜੀ ਨੇ ਜੋ ਨਬਜ ਵੇਖ ਕੇ ਕਿਹਾ ਉਸ ਨੂੰ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਦੁਆਰਾ ਕਥਨ ਕਰਦੇ ਹਨ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮਹਿ ਠੌਰ ਨ ਪਾਵੋ। ਹੇ ਮਾਤਾ ਜੀ, ਇਸ ਦੇ ਸਰੀਰ ਵਿੱਚ ਕਿਸੇ ਥਾਂ ਵੀ ਕੋਈ ਵਾਤ ਪਿੱਤ ਕਫ ਆਦਿਕ ਕੋਈ ਤਕਲੀਫ ਨਹੀਂ ਹੈ। ਫਿਰ ਮੈਂ ਮੂਲ ਦਵਾਈ ਕਿਸ ਥਾਂ ਲਗਾਉਣਾ ਕਰਾਂ। ਇਸ ਦੇ ਸਾਰੇ ਤਨ ਸਰੀਰ ਵਿੱਚ ਖੋਜ ਕੇ ਵੇਖਿਆ ਹੈ ਪਰ ਕਿਤੇ ਵੀ ਨਾੜੀਆਂ ਵਿੱਚ ਕੋਈ ਰੋਗ ਆਦਿ ਦਾ ਥਾਂ ਦੇਖਣ ਵਿੱਚ ਨਹੀਂ ਪਾਇਆ। ਇਹ ਸੁਣ ਕੇ ਅੱਗੋਂ ਕਬੀਰ ਜੀ ਕਹਿਣ ਲੱਗੇ, ਹੇ ਵੈਦ ਜੀ, ਸਾਡਾ ਕੋਈ ਵੀ ਅਜਿਹਾ ਥਾਂ ਨਹੀਂ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੀ ਪੀੜਾ ਕਰਕੇ ਦੁਖਦਾ ਨਹੀਂ। ਤੇ ਤੂੰ ਕਿੱਥੇ ਕਿੱਥੇ ਜੜੀ ਬੂਟੀ ਲਾਵੇਂਗਾ। ਜੇਕਰ ਤੂੰ ਮੇਰੇ ਸਰੀਰ ਵਿੱਚ ਖੋਜ ਕਰੇਂਗਾ ਤਾਂ ਐਸਾ ਥਾਂ ਕਿਤੇ ਨਹੀਂ ਪਾਵੇਂਗਾ ਜਿੱਥੇ ਮੇਰੇ ਸਰੀਰ ਵਿੱਚ ਪਰਮੇਸ਼ਰ ਦੇ ਪ੍ਰੇਮ ਦੇ ਵਿਛੋੜੇ ਕਰਕੇ ਦਰਦ ਨਾ ਹੋਵੇ। ਤਾਂ ਅੱਗੋਂ ਵੈਦ ਕਹਿੰਦਾ ਕਿ ਮੈਨੂੰ ਤਾਂ ਕੋਈ ਪੀੜ ਨਹੀਂ ਲੱਭੀ। ਤਾਂ ਕਬੀਰ ਜੀ ਕਹਿਣ ਲੱਗੇ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਉ। ਹੇ ਵੈਦ ਜੀ, ਇਹ ਪ੍ਰੇਮ ਦੀ ਪੀੜਾ ਜਿਸ ਨੂੰ ਲੱਗੀ ਹੋਵੇ ਉਹ ਹੀ ਇਸ ਪੀੜਾ ਨੂੰ ਵਰਣਨ ਕਰਦਾ ਹੈ, ਜਾਣਦਾ ਹੈ। ਸਾਡੇ ਪਰਮੇਸ਼ਰ ਦੀ ਭਗਤੀ ਦੇ ਅਨਿਆਲੇ ਕੁੰਡਲੀਆਂ ਵਾਲੇ ਬਾਣ ਵੱਜੇ ਹੋਏ ਆ। ਵੈਦ ਕਹਿਣ ਲੱਗਾ, ਭਗਤ ਤਾਂ ਬਥੇਰੇ ਦੇਖੇ ਹਨ ਪਰ ਤੇਰੇ ਜਿਹਾ ਕੋਈ ਨਹੀਂ ਵੇਖਿਆ। ਰਹਾਉ। ਵਿਸਰਾਮ ਦੇ ਕੇ ਕਬੀਰ ਜੀ ਕਹਿਣ ਲੱਗੇ ਹਨ, ਏਕ ਭਾਇ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਹੇ ਵੈਦ ਜੀ, ਜਿਵੇਂ ਇੱਕੋ ਜਿਹੇ ਭਾਏ ਸਰੂਪ ਵਾਲੀਆਂ, ਇੱਕੋ ਜਿਹੇ ਭਾਏ ਪ੍ਰੇਮ ਵਾਲੀਆਂ ਸਾਰੀਆਂ ਰਾਜੇ ਦੀਆਂ ਇਸਤਰੀਆਂ ਦਿਸਦੀਆਂ ਹਨ, ਪਰੰਤੂ ਕੀ ਜਾਣਿਆ ਜਾਵੇ ਕਿ ਸ਼ਾਹ ਭਾਵ ਪਾਤਸ਼ਾਹ ਰਾਜੇ ਨੂੰ ਸਭ ਤੋਂ ਵੱਧ ਪਿਆਰੀ ਕਿਹੜੀ ਹੈ। ਸੋ ਦੱਸਦੇ ਹਨ ਕਿ ਇੱਕ ਰਾਜਾ ਵਿਸ਼ਵ ਸਿੰਘ ਸੀ ਜਿਸ ਨੇ 9ਵੇਂ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਕਾਮਰੂ ਦੇਸ਼ ਨੂੰ ਫਤਿਹ ਕੀਤਾ ਸੀ। ਜੰਗ ਜਿੱਤਣ ਤੋਂ ਬਾਅਦ ਇਸ ਨੇ ਆਪਣੀਆਂ ਸਾਰੀਆਂ ਰਾਣੀਆਂ ਨੂੰ ਖਤ ਲਿਖ ਕੇ ਭੇਜੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਕਰਕੇ ਮੈਂ ਜਿਉਂਦਾ ਵਾਪਸ ਮੁੜ ਕੇ ਆ ਰਿਹਾ ਹਾਂ ਅਤੇ ਤੁਸੀਂ ਮੈਨੂੰ ਚਿੱਠੀਆਂ ਦੁਆਰਾ ਜੋ ਕੁਝ ਵੀ ਤੁਹਾਨੂੰ ਪਦਾਰਥ ਚਾਹੀਦਾ ਹੋਵੇ ਉਹ ਲਿਖ ਕਰਕੇ ਭੇਜੋ। 7 ਰਾਣੀਆਂ ਨੇ ਇਸੇ ਪ੍ਰਕਾਰ ਕੀਤਾ। ਜੋ ਜੋ ਕਿਸੇ ਦੀ ਚਾਹਨਾ ਸੀ ਉਸੇ ਅਨੁਸਾਰ ਸਭਨਾਂ ਨੇ ਲਿਖ ਕੇ ਭੇਜ ਦਿੱਤਾ। ਅਤੇ ਜੋ ਰਾਜੇ ਦੀ ਨਵੀਂ ਵਿਆਹੀ ਰਾਣੀ ਸੀ ਉਸਨੇ ਪੱਤਰਕਾ ਦੇ ਉੱਤੇ
ਸੱਸਾ ਅੱਖਰ ਲਿਖਿਆ, ਨਾਲ ਲਾਲ ਰੰਗ ਲਾ ਦਿੱਤਾ ਤੇ ਇਸ ਨੇ ਇਹ ਚਿੱਠੀ ਭੇਜ ਦਿੱਤੀ। ਜਦੋਂ ਰਾਜੇ ਨੇ ਚਿੱਠੀਆਂ ਖੋਲ੍ਹੀਆਂ, ਸਾਰੀਆਂ ਪੜ੍ਹੀਆਂ, ਜਿਸ ਵਿੱਚ ਉਹਨਾਂ ਨੇ ਆਪਣੇ ਮਨਪਸੰਦ ਦੀਆਂ ਵਸਤੂਆਂ ਲਿਖੀਆਂ ਹੋਈਆਂ ਸਨ। ਜਦੋਂ ਇਹ ਛੋਟੀ ਰਾਣੀ ਦੀ ਚਿੱਠੀ ਖੋਲ੍ਹੀ ਤਾਂ ਇਹ ਰਾਜੇ ਨੂੰ ਸਮਝ ਵਿੱਚ ਹੀ ਨਾ ਆਵੇ, ਤਾਂ ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਮੇਰੀ ਰਾਣੀ ਨੇ ਚਿੱਠੀ ਭੇਜੀ ਹੈ, ਪਰੰਤੂ ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਕਿ ਕੀ ਲਿਖਿਆ ਹੋਇਆ। ਤਾਂ ਵਜ਼ੀਰ ਨੇ ਸੋਚ ਕੇ ਕਿਹਾ ਕਿ ਹੇ ਰਾਜਨ, ਤੇਰੀ ਰਾਣੀ ਨੇ ਲਿਖਿਆ ਹੈ, ਲਾਲ ਰੰਗ ਤੋਂ ਭਾਵ ਲਾਲ ਤੇ ਸੱਸੇ ਤੋਂ ਭਾਵ ਹੈ ਸਾ, ਭਾਵ ਲਾਲਸਾ, ਅਰਥਾਤ ਮੈਨੂੰ ਤਾਂ ਇੱਕ ਤੇਰੇ ਸਰੂਪ ਦੀ ਹੀ ਲਾਲਸਾ ਚਾਹਤ ਹੈ। ਇਹ ਸੁਣ ਕਰਕੇ ਰਾਜਾ ਬਹੁਤ ਖੁਸ਼ ਹੋਇਆ। ਇਸ ਨੇ ਜੋ ਸਭ ਰਾਣੀਆਂ ਵਾਸਤੇ ਚੀਜ਼ਾਂ ਲਈਆਂ ਸਨ, ਉਤਨੀਆਂ ਇੱਕ ਇਕੱਲੀ ਰਾਣੀ ਵਾਸਤੇ ਲੈ ਲਈਆਂ ਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਨਗਰ ਵਿੱਚ ਆਇਆ। ਤਾਂ ਇਸ ਨੇ ਸਾਰੀਆਂ ਰਾਣੀਆਂ ਦੇ ਮੰਦਰਾਂ ਵਿੱਚ ਜੋ ਜੋ ਉਹਨਾਂ ਨੇ ਚੀਜ਼ਾਂ ਲਿਖੀਆਂ ਸਨ ਭੇਜ ਦਿੱਤੀਆਂ। ਆਪ ਆਪਣੀ ਨਵੀਂ ਰਾਣੀ ਦੇ ਮਹਿਲਾਂ ਵਿੱਚ ਜਾ ਕੇ ਰਿਹਾ ਤੇ ਉਤਨੀਆਂ ਸਾਰੀਆਂ ਵਸਤਾਂ ਜੋ ਲਿਆਂਦੀਆਂ ਸਨ ਉਹ ਵੀ ਸਭ ਰਾਣੀ ਕੋਲ ਲੈ ਗਿਆ। ਜਿਹੜੀਆਂ ਵੱਡੀਆਂ ਰਾਣੀਆਂ ਸਨ ਉਹ ਇਤਰਾਜ਼ ਕਰਨ ਲੱਗ ਪਈਆਂ ਕਿ ਪਹਿਲਾਂ ਸਾਡਾ ਅਧਿਕਾਰ ਸੀ, ਤੁਹਾਨੂੰ ਪਹਿਲਾਂ ਸਾਡੇ ਕੋਲ ਆਉਣਾ ਚਾਹੀਦਾ ਸੀ। ਤਾਂ ਰਾਜੇ ਨੇ ਸਭਨਾਂ ਦੀਆਂ ਚਿੱਠੀਆਂ ਖੋਲ੍ਹ ਕੇ ਵਿਖਾ ਦਿੱਤੀਆਂ ਤੇ ਕਿਹਾ ਕਿ ਜੋ ਜੋ ਤੁਸੀਂ ਮੰਗਿਆ ਸੀ ਉਹ ਤੁਹਾਨੂੰ ਭੇਜ ਦਿੱਤਾ ਹੈ। ਇਸ ਛੋਟੀ ਰਾਣੀ ਨੇ ਮੈਨੂੰ ਮੰਗਿਆ ਸੀ, ਇਸ ਕਰਕੇ ਮੈਂ ਪਹਿਲਾਂ ਇਸ ਦੇ ਪਾਸ ਆਇਆ ਹਾਂ। ਇਹ ਸੁਣ ਕੇ ਰਾਣੀਆਂ ਸ਼ਰਮਿੰਦਾ ਹੋ ਗਈਆਂ ਤੇ ਚੁੱਪ ਕਰ ਗਈਆਂ। ਸੋ ਭਾਵ ਕਿ ਰਾਜੇ ਦੀਆਂ ਰਾਣੀਆਂ ਸਭ ਇੱਕੋ ਤਰ੍ਹਾਂ ਦੀਆਂ ਹੀ ਹਨ, ਪਰੰਤੂ ਇਹ ਕੌਣ ਜਾਣੇ ਕਿ ਉਸ ਤੋਂ ਵੱਧ ਕਿਹੜੀ ਪਿਆਰੀ ਹੈ। ਇਸੇ ਪ੍ਰਕਾਰ ਸਾਰੀਆਂ ਭਗਤਾਂ ਰੂਪੀ ਰਾਣੀਆਂ ਦੇਖਣ ਵਿੱਚ ਤਾਂ ਭਾਵੇਂ ਇੱਕੋ ਜਿਹੀਆਂ ਹੀ ਲੱਗਦੀਆਂ, ਭਾਵ ਸਾਰੇ ਭਗਤ ਇੱਕੋ ਜਿਹੇ ਪ੍ਰਤੀਤ ਹੁੰਦੇ ਆ, ਪਰੰਤੂ ਸਭ ਤੋਂ ਵੱਧ ਪਰਮੇਸ਼ਰ ਨੂੰ ਕੌਣ ਪਿਆਰਾ ਹੈ, ਇਸ ਬਾਤ ਨੂੰ ਕੌਣ ਜਾਣ ਸਕਦਾ ਹੈ, ਭਾਵ ਕੋਈ ਨਹੀਂ ਜਾਣ ਸਕਦਾ। ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰ ਹਰ ਤਾਕੋ ਮਿਲੈ ਸੁਹਾਗ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਵੈਦ ਜੀ, ਜਿਸ ਦੇ ਮਸਤਕ ਮੱਥੇ ਦੇ ਸ੍ਰੇਸ਼ਟ ਭਾਗ ਲੇਖ ਕਰਮ ਹੁੰਦੇ ਆ, ਬਾਕੀ ਸਭਨਾਂ ਨੂੰ ਪਰਹਰ ਛੱਡ ਕੇ ਉਸ ਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਆ ਕੇ ਮਿਲਦਾ ਹੈ। ਗੌੜੀ ਕਬੀਰ ਜੀ। ਭਗਤ ਕਬੀਰ ਜੀ ਦੇ ਪਾਸ ਕੁਝ ਪੁਰਸ਼ਾਂ ਨੇ ਆਣ ਕੇ ਕਿਹਾ, ਹੇ ਕਬੀਰ ਜੀ, ਕੀ ਆਪ ਜੀ ਨੂੰ ਮੁਕਤੀ ਦੀ ਲੋੜ ਨਹੀਂ ਹੈ, ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਹੈ। ਤਾਂ ਉਹਨਾਂ ਦੀ ਗੱਲ ਸੁਣ ਕੇ ਅੱਗੋਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਜਾ ਕੈ ਹਰਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਇਹ ਮੇਰੇ ਭਰਾਵੋ, ਜਿਨ੍ਹਾਂ ਦੇ ਸਾਹ ਉਹ ਹਰੀ ਠਾਕੁਰ ਸੁਆਮੀ ਮਾਲਕ ਹਮੇਸ਼ਾ ਅੰਗ ਸੰਗ ਰਹਿੰਦਾ ਹੈ, ਪ੍ਰਾਪਤ ਹੋਇਆ ਹੈ, ਉਹਨਾਂ ਨੂੰ ਸਾਹ ਲੋਕ ਸਮੀਪ ਸਜੁਜ ਸਰੂਪ ਆਦਿਕ ਅਨੰਤ ਬੇਅੰਤ ਮੁਕਤੀਆਂ ਜਾ ਕੇ ਪੁਕਾਰਾਂ ਕਰਦੀਆਂ ਹਨ ਕਿ ਹੇ ਤਤ ਬੇਤਿਓ, ਸਾਨੂੰ ਵਰ ਲਓ, ਸਾਨੂੰ ਆਪਣੇ ਚਰਨਾਂ ਨਾਲ ਲਗਾਉਣਾ ਕਰੋ, ਪਰੰਤੂ ਉਹ ਮੁਕਤੀ ਦੀ ਇੱਛਾ ਵੀ ਨਹੀਂ ਰੱਖਦੇ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਉ। ਹੇ ਰਾਮ ਪਰਮੇਸ਼ਰ, ਅਸੀਂ ਕਹੋ ਕਹੀਏ ਕਹਿੰਦੇ ਹਾਂ, ਬੇਨਤੀ ਕਰਦੇ ਹਾਂ, ਅਬ ਹੁਣ ਸਾਨੂੰ ਤੋਰਾ ਤੁਹਾਡਾ ਹੀ ਭਰੋਸਾ ਹੈ, ਤਦੋਂ ਫਿਰ ਅਸੀਂ ਕਿਸੇ ਦਾ ਕਵਨ ਕੀ ਨਿਹੋਰਾ ਅਹਿਸਾਨਮੰਦ ਹੋਣਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅੱਗੇ ਪ੍ਰਸ਼ਨ ਕੀਤਾ ਹੈ, ਕਬੀਰ ਸਾਹਿਬ ਜੀ, ਜੇਕਰ ਸਿਮਰਨ ਭਜਨ ਕਰਨ ਲੱਗ ਪਏ ਤਾਂ ਤੇਰੇ ਪਰਿਵਾਰ ਦੀ ਪਾਲਣਾ ਕੌਣ ਕਰੇਗਾ। ਕਬੀਰ ਜੀ ਕਹਿਣ ਲੱਗੇ, ਤੀਨ ਲੋਕ ਜਾ ਕੈ ਹੈ ਭਾਰ, ਸੋ ਕਾਹੇ ਨ ਕਰੈ ਪ੍ਰਤਪਾਰ। ਭਾਈ ਤਿੰਨ ਲੋਕ, ਭਵਨ ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਜਿਸ ਪਰਮੇਸ਼ਰ ਦੇ ਭਾਰ ਦਾ ਆਸਰੇ ਰਹਿੰਦੇ ਹਨ, ਫਿਰ ਉਹ ਪਰਮਾਤਮਾ ਕਿਉਂ ਨਹੀਂ ਪ੍ਰਤਪਾਲਣਾ ਕਰੇਗਾ, ਜ਼ਰੂਰ ਹੀ ਪਾਲਣਾ ਕਰੇਗਾ। ਕਹੋ ਕਬੀਰ ਇੱਕ ਬੁੱਧ ਵਿਚਾਰੀ,
ਕਿਆ ਬਸ ਜੋ ਬਿਖ ਦੇ ਮਹਿਤਾਰੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਸੋ ਕਹਿੰਦੇ ਹਨ ਕਿ ਅਸੀਂ ਤਾਂ ਬੁੱਧੀ ਵਿੱਚ ਇੱਕ ਪ੍ਰਭੂ ਪ੍ਰਾਪਤੀ ਵਾਲੀ ਗੱਲ ਵਿਚਾਰਨਾ ਕੀਤੀ ਹੈ, ਬੁੱਧੀ ਵਿੱਚ ਏਕਤਾ ਵਾਲੀ ਗੱਲ ਵਿਚਾਰਨਾ ਕੀਤੀ ਹੈ। ਜੇਕਰ ਆਪਣੇ ਪੁੱਤ ਦੀ ਰੱਖਿਆ ਕਰਨ ਵਾਲੀ ਮਹਿਤਾਰੀ ਮਾਂ ਹੀ ਉਸ ਨੂੰ ਬਿਖ ਜ਼ਹਿਰ ਦੇ ਦੇਵੇ ਤਾਂ ਫਿਰ ਕੀ ਵਸ ਚੱਲ ਸਕਦਾ ਹੈ। ਇਸੇ ਪ੍ਰਕਾਰ ਹੀ ਸਾਡੇ ਮਾਤਾ ਪਿਤਾ ਦੀ ਨਿਆਈ ਪਰਮੇਸ਼ਰ ਰੂਪ ਸਾਡੀ ਰੱਖਿਆ ਕਰਨ ਵਾਲਾ ਹੈ, ਤਾਂ ਫਿਰ ਕਿਸੇ ਦਾ ਵਸ ਚੱਲ ਸਕਦਾ ਹੈ ਕਿ ਉਹ ਦੁੱਖ ਰੂਪ ਜ਼ਹਿਰ ਦੇ ਸਕੇ। ਜੇਕਰ ਮਾਤਾ ਰੂਪ ਪਰਮੇਸ਼ਰ ਦੀ ਮਾਰਨੇ ਦੀ ਸਲਾਹ ਹੋ ਜਾਵੇ ਤਾਂ ਫਿਰ ਕਿਸੇ ਦਾ ਵੀ ਵਸ ਚੱਲ ਸਕਦਾ ਹੈ ਭਲਾ ਵੀ ਕੋਈ ਬਚਾ ਸਕੇ। ਭਾਈ ਗੁਰਦਾਸ ਜੀ ਕਹਿੰਦੇ ਨਾ ਆਪਣੀ 35ਵੀਂ ਵਾਰ ਦੀ 22ਵੀਂ ਪੌੜੀ ਵਿੱਚ, ਜੇ ਮਾਓ ਪੁੱਤੈ ਵਿਸ ਦੇ ਤਿਸ ਤੇ ਕਿਸ ਪਿਆਰਾ, ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ, ਬੇੜਾ ਡੋਬੈ ਪਾਤਨੀ ਕਿਉ ਪਾਰ ਉਤਾਰਾ, ਆਗੂ ਲੈ ਉੱਜੜ ਪਵੈ ਕਿਸ ਕਰੈ ਪੁਕਾਰਾ, ਜੇਕਰ ਖੇਤੈ ਖਾਏ ਵਾੜ ਕੋ ਲਹੈ ਨ ਸਾਰਾ, ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।